ਅੱਛਾ, ਅੱਜ ਨਾ ਮੈਂ ਤੁਹਾਨੂੰ ਆਪਣੀ ਆਪ ਬੀਤੀ ਸੁਣਾਉਣਾ ਹੈ ਜਿਹੜਾ ਸਾਡੇ ਨਾਲ ਵਕੂਆ ਹੋਇਆ। ਤੇ ਪਹਿਲੇ ਤੁਸੀਂ ਜੇਲ੍ਹ ਦੇ ਅੰਦਰ ਦਾ ਹਾਲ ਹਵਾਲ ਸੁਣ ਲਓਗੇ, ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਸ਼ੁਰੂ ਤੋਂ ਲੈ ਕੇ ਸਟੋਰੀ ਸੁਣਾਉਂਗਾ ਕਿ ਹਕੀਕਤ ਹੋਈ ਕਿੱਦਾਂ। ਮੁਲਾਜ਼ਾ ਕਰਨ ਦਾ ਇਹ ਤਰੀਕਾਕਾਰ ਹੁੰਦਾ ਆ, ਬੈਂਚ ਲੱਗੇ ਹੁੰਦੇ ਆ ਤੇ ਕਾਫੀ ਸਾਰੇ ਦਾ ਸ਼ੈੱਡ ਬਣਿਆ ਹੁੰਦਾ। ਉੱਥੇ ਜਿਹੜੇ ਨਵੇਂ ਕੈਦੀ ਹੁੰਦੇ ਆ ਉਹਨਾਂ ਨੂੰ ਬਿਠਾ ਦਿੰਦੇ ਆ, ਤੇ ਜਿਹੜੇ ਪੁਰਾਣੇ ਕੈਦੀ ਹੁੰਦੇ ਆ ਜਿਨ੍ਹਾਂ ਦੇ ਕੋਈ ਮਸਲੇ ਮਸਾਇਲ ਹੁੰਦੇ ਆ, ਮਤਲਬ ਲੜਾਈ ਝਗੜੇ ਵਾਲੇ, ਉਹ ਸਾਰੇ ਉੱਥੇ ਬਿਠਾਏ ਹੁੰਦੇ ਆ। ਅੱਛਾ, ਬਿਠਾਏ ਇਸ ਤਰ੍ਹਾਂ ਹੁੰਦੇ ਆ, ਬਿਲਕੁਲ ਹੱਥ ਬੰਨ ਕੇ, ਇਸ ਤਰ੍ਹਾਂ ਹੁੰਦਾ ਨਾ ਜਿਸ ਤਰ੍ਹਾਂ ਤੁਸੀਂ ਨਮਾਜ਼ ਪੜ੍ਹ ਰਹੇ ਹੁੰਦੇ ਆ। ਨਾ ਤੁਸੀਂ ਇੱਧਰ ਦੇਖਣਾ, ਨਾ ਤੁਸੀਂ ਉੱਧਰ ਦੇਖਣਾ, ਨਾ ਉੱਤੇ ਦੇਖਣਾ, ਨਾ ਥੱਲੇ ਦੇਖਣਾ, ਕਿਉਂਕਿ ਪੁਲਿਸ ਵਾਲੇ ਇੱਧਰ ਵੀ ਖੜੇ ਹੁੰਦੇ, ਇੱਧਰ ਵੀ ਖੜੇ ਹੁੰਦੇ ਆ ਛਿੱਤਰ ਲੈ ਕੇ। ਤੇ ਉੱਥੇ ਇਹ ਹਿਸਾਬ ਕਿਤਾਬ ਹੀ ਹੁੰਦਾ ਆ ਕਿ ਜਿਸ ਤਰ੍ਹਾਂ ਤੁਸੀਂ ਨਮਾਜ਼ ਪੜ੍ਹਨ ਰਹੇ ਆ, ਤੇ ਜੇਲਰ ਸਾਹਿਬ ਦਾ ਇੰਤਜ਼ਾਰ ਹੁੰਦਾ ਆ। ਤੇ ਬਸ ਫਿਰ ਜੇ ਅਸੀਂ ਇੱਦਾਂ ਹੀ ਬਈ, ਸਾਨੂੰ ਉਹਨਾਂ ਨੇ ਕਿਹਾ ਤਾ ਕਿ ਨਾ ਤੁਸੀਂ ਉੱਤੇ ਦੇਖਣਾ, ਨਾ ਥੱਲੇ ਦੇਖਣਾ, ਨਾ ਸਾਈਡ ਨੇ ਦੇਖਣਾ, ਨਾ ਇੱਧਰ ਉੱਧਰ ਨਹੀਂ, ਬਿਲਕੁਲ ਬਈ। ਅਸੀਂ ਤੇ ਮੈਂ ਤੇ ਕਰਨ ਲੱਗ ਪਿਆ ਵਿਰਦ ਉੱਥੇ, ਯਾ ਹਈਓ ਯਾ ਕਯੂਮ, ਯਾ ਹਈਓ ਯਾ ਕਯੂਮ। ਮੇਰੇ ਨਾਲ ਜਿਹੜਾ ਮੁੰਡਾ ਬੈਠਾ ਸੀਗਾ ਉਹ ਮੇਰੀਆਂ ਮਜ਼ਾਕਾਂ ਉਡਾਵੇ, ਉਹ ਮਜ਼ਾਕਾਂ ਉਡਾਵੇ ਕਿ ਵੀ ਤੂੰ ਡਰ ਗਿਆ, ਤੂੰ ਇੱਦਾਂ ਹੋ ਗਿਆ, ਉੱਦਾਂ ਹੋ ਗਿਆ। ਉਹਨੂੰ ਮੈਂ ਕਹਾਂ ਚਵਲਾ, ਅੱਲਾ ਕੋਲੋਂ ਮਦਦ ਮੰਗੀ ਦੀ ਆ, ਅੱਲਾ ਕੋਲੋਂ ਇੱਦਾਂ ਦੇ ਮਾਮਲੇ 'ਚ, ਕਿੱਦਾਂ ਦੇ ਮਸਲੇ ਦੇ ਵਿੱਚ ਫਸੇ ਹੋਏ ਆ। ਮਾੜੀ ਜਿਹੀ ਵੀ ਗਲਤੀ ਹੋਈ ਤਾਂ ਮੈਂ ਤੇ ਇੱਕ ਥੱਪੜ ਵੀ ਲੱਗ ਗਈ ਸਾਡੇ, ਤੇ ਫਿਰ ਉਹ ਜਿਹੜਾ ਨਾ ਹੋ ਜਾਣਾ ਆ, ਬੇਇੱਜ਼ਤ ਹੋ ਜਾਣਾ ਆ ਆਪਾਂ। ਤੇ ਅੱਲਾ ਕੋਲ ਮਦਦ ਮੰਗਦੇ, ਅੱਲਾ ਇਸ ਸਿਚੁਏਸ਼ਨ 'ਚੋਂ ਕੱਢੇ ਆਪਾਂ ਨੂੰ। ਲੇਕਿਨ ਨਹੀਂ ਬਾਜ਼ ਆਇਆ ਉਹ ਬਈ, ਮਜ਼ਾਕਾਂ ਕਰਦਾ ਰਿਹਾ। ਅੱਛਾ, ਮੈਂ ਕਿਹਾ ਚੱਲ ਖੈਰ ਆ। ਖੈਰ ਉਸ ਸਿਚੁਏਸ਼ਨ ਤੋਂ ਫਿਰ ਇੱਦਾਂ ਨਿਕਲੇ ਕਿ ਵੀ ਉੱਥੇ ਅਸੀਂ ਦੇਖਿਆ, ਫਿਰ ਜਿਸ ਟਾਈਮ ਜੇਲਰ ਸਾਹਿਬ ਆਏ, ਜੇਲਰ ਸਾਹਿਬ ਦਾ ਬੜਾ ਪ੍ਰੋਟੋਕੋਲ ਹੁੰਦਾ ਆ ਬਈ। ਜਿਸ ਟਾਈਮ ਆਉਂਦੇ ਆ ਜੇਲਰ ਸਾਹਿਬ ਤੇ ਬੜਾ ਪ੍ਰੋਟੋਕੋਲ ਪੁਲਿਸ ਵਾਲਿਆਂ ਦਾ, ਇੱਧਰ ਉੱਧਰ ਬਹੁਤ। ਅੱਛਾ, ਆ ਕੇ ਬੈਠ ਗਏ। ਅੱਛਾ, ਇੱਕ ਬੰਦੇ ਨੇ ਉੱਥੇ, ਲੜਾਈ ਵਾਲੇ ਬੰਦਿਆਂ ਨੂੰ ਨਹੀਂ ਛੱਡਦੇ ਉੱਥੇ। ਅਗਰ ਤੁਸੀਂ ਜੇਲ੍ਹ ਦੇ ਵਿੱਚ ਲੜਾਈ ਕਰਦੇ ਆ ਇੱਕ ਦੂਸਰੇ ਨਾਲ, ਤੇ ਫਿਰ ਉਹ ਬੰਦੇ ਦੀ ਖੈਰ ਹੈ ਨਹੀਂ। ਤੇ ਇੱਦਾਂ ਹੀ ਦੋ ਬੰਦੇ ਉੱਥੇ ਲੜ ਪਏ, ਤੇ ਇੱਕ ਬੰਦੇ ਨਾਲ ਜਿਹੜਾ ਨਾ ਉਹਨੇ ਮੁੱਕਾ ਮਾਰਿਆ, ਉਹ ਮੁੰਡੇ ਦੀ ਅੱਖ ਸੁੱਜ ਗਈ। ਉੱਥੋਂ ਫਿਰ ਦੋ ਗਵਾਹ ਵੀ ਲੈਂਦੇ ਆ। ਇਹ ਨਹੀਂ ਕਿ ਵੀ ਉੱਦਾਂ ਹੀ ਕਿਸੇ ਨੇ ਕਹਿ ਤਾ ਇਹਨੇ ਮਾਰਿਆ ਤਾਂ ਉਹਨੂੰ ਫੜ ਕੇ ਸ਼ੁਰੂ ਹੋ ਗਿਆ, ਨਹੀਂ, ਪੂਰੇ ਪ੍ਰੋਪਰ ਤਰੀਕੇ ਨਾਲ ਜਿੱਦਾਂ ਅਦਾਲਤ ਦੇ ਵਿੱਚ ਬੇਗੁਨਾਹ ਤੇ ਗੁਨਾਹਗਾਰ ਦਾ ਹਿਸਾਬ ਕਿਤਾਬ ਹੁੰਦਾ, ਇਸ ਤਰ੍ਹਾਂ ਉੱਥੇ ਗਵਾਹ ਲੈ ਕੇ ਉਹਨਾਂ ਨਾਲ ਪੁੱਛ ਦੱਸ ਕੇ ਫਿਰ ਜਿਹੜਾ ਨਾ ਉਹ ਗੁਨਾਹਗਾਰ ਨੂੰ ਸਜ਼ਾ ਦਿੰਦੇ ਆ। ਅੱਛਾ, ਇੱਕ ਬੰਦਾ ਗੁਨਾਹਗਾਰ ਹੋ ਗਿਆ, ਉੱਥੇ ਗੁਨਾਹਗਾਰ ਹੋ ਗਿਆ, ਤਾਂ ਜੇਲਰ ਸਾਹਿਬ ਨੇ ਸਿਰਫ ਇਹ ਕਿਹਾ ਕਿ 20। ਜਿਸ ਟਾਈਮ 20 ਕਿਹਾ ਜਾਂ ਇੱਕ ਪੁਲਿਸ ਵਾਲੇ ਨੇ ਇੱਧਰੋਂ ਫੜਿਆ, ਇੱਕ ਇੱਧਰੋਂ ਫੜਿਆ, ਦੋ ਇੱਧਰ ਖੜੇ ਸੀਗੇ, ਦਬੜ ਛਿੱਤਰ ਜਿਹੜੇ ਹੁੰਦੇ ਆ ਵੱਡੇ ਸਾਰੇ ਛਿੱਤਰ, ਉਹ ਲਾਏ ਨਾ ਜਦੋਂ 20 ਛਿੱਤਰ ਲਾਏ, ਉਹਦੇ ਤਾਂ ਅੜਾਟ ਪੈਣ, ਮਤਲਬ ਉਹਦਾ ਤਾਂ ਬੁਰਾ ਹਾਲਤ ਹੋਵੇ। ਤੇ ਫਿਰ ਕਹਿੰਦਾ ਮੁੜ ਕੇ ਨਹੀਂ ਕਰਦਾ। ਇਸ ਵਜ੍ਹਾ ਤੋਂ ਡਿਸਿਪਲਨ ਜਿਹੜਾ ਨਾ ਉੱਥੇ ਬਹੁਤ ਰਹਿੰਦਾ ਆ, ਕਿਉਂਕਿ ਥੋੜਾ ਜਿਹਾ ਡਰ ਰੱਖਣਾ ਪੈਂਦਾ। ਅਗਰ ਡਰ ਨਾ ਰੱਖਣ ਜੇਲਰ, ਤਾਂ ਫਿਰ ਉੱਥੇ ਡਿਸਿਪਲਨ ਦਾ ਸਤਿਆਨਾਸ਼ ਹੋਇਆ ਹੋਵੇ। ਜਿੱਦਾਂ ਦੇ ਉੱਥੇ ਕੈਦੀ ਹੁੰਦੇ ਆ, ਹਰ ਤਰ੍ਹਾਂ ਦੇ ਕੈਦੀ ਹੁੰਦੇ ਆ, ਮਤਲਬ ਲੜਾਈ ਝਗੜੇ ਵਾਲੇ ਵੀ, ਸ਼ਰੀਫ ਵੀ, ਸਭ ਕੁਛ ਹੁੰਦਾ ਆ ਉੱਥੇ। ਲੇਕਿਨ ਉੱਥੇ ਮੈਂ ਜਾ ਕੇ ਦੇਖਿਆ ਕਿ ਹਰ ਬੰਦਾ ਇਸ ਤਰ੍ਹਾਂ ਸ਼ਰਾਫਤ 'ਚ ਰਹਿੰਦਾ ਨਾ, ਇਸ ਤਰ੍ਹਾਂ ਹੁੰਦਾ ਆ ਕਿ ਜਿਸ ਤਰ੍ਹਾਂ ਇਹ ਮਾਂ ਦੇ ਪੇਟ 'ਚੋਂ ਇੰਨੀ ਸ਼ਰਾਫਤ ਸਿੱਖ ਕੇ ਆਇਆ ਆ, ਇਸ ਤਰ੍ਹਾਂ ਤੀਰ ਤਰ੍ਹਾਂ ਬਿਲਕੁਲ ਸਿੱਧਾ ਹੁੰਦਾ ਆ। ਅੱਛਾ, ਉਹ ਪ੍ਰੋਸੈਸ ਪੂਰਾ ਹੋਇਆ ਤਾਂ ਫਿਰ ਸਾਡੀ ਵਾਰੀ ਆ ਗਈ। ਅੱਛਾ, ਸਾਡੀ ਵਾਰੀ ਪੁਲਿਸ ਵਾਲਿਆਂ ਨੇ ਦੱਸ ਦਿੱਤਾ ਸੀਗਾ ਕਿ ਕੋਈ ਇੰਗਲਿਸ਼ ਨਹੀਂ ਮਾਰਨੀ, ਜਿਹੜੇ ਕੇਸ 'ਚ ਆਏ ਹੋਏ ਆ ਉਹ ਕੇਸ ਦੱਸਣਾ, ਉਰਦੂ 'ਚ ਹੀ ਦੱਸਣਾ। ਇਹ ਨਹੀਂ ਕਿ ਤੁਸੀਂ ਜੂਏ 'ਚ ਆਏ ਆ ਤਾਂ ਗੈਂਬਲਿੰਗ ਦੱਸੋ, ਤਾਂ ਇੱਦਾਂ ਨਹੀਂ। ਠੀਕ ਆ ਜੀ। ਉਹ ਫਿਰ ਜਿੱਦਾਂ ਕੈਦੀ ਆਏ ਸੀਗੇ, ਜਿਹੜਾ ਜੁਰਮ ਸੀਗਾ ਉਹ ਦੱਸਦੇ ਗਏ, ਤੇ ਸਾਈਡ ਤੇ ਹੁੰਦੇ ਗਏ, ਦੱਸਦੇ ਗਏ, ਸਾਈਡ ਤੇ ਹੁੰਦੇ ਗਏ। ਸਾਡੀ ਵਾਰੀ ਆਈ, ਅਸੀਂ ਵੀ ਦੱਸਿਆ, ਖੈਰ ਉਹ ਸਾਈਡ ਤੇ ਹੋ ਗਿਆ, ਆਰਾਮ ਨਾਲ ਸਾਈਡ ਤੇ ਹੋ ਕੇ ਫਿਰ ਬੈਰਕਾਂ 'ਚ ਚਲ ਗਏ। ਫਿਰ ਦੂਸਰੇ ਦਿਨ ਅੱਲਾ ਖੈਰ ਕਰੇ ਸਾਡੀ ਜ਼ਮਾਨਤ ਹੋ ਗਈ, ਤੇ ਅਸੀਂ ਬਾਹਰ ਆ ਗਏ। ਜਦੋਂ ਬਾਹਰ ਆ ਗਏ ਆ, ਤੇ ਉਹ ਮੁੰਡਾ ਜਿਹੜਾ ਮਜ਼ਾਕਾਂ ਉਡਾਉਂਦਾ ਸੀਗਾ, ਜਿਹੜਾ ਮੈਂ ਵਿਰਦ ਕਰਦਾ ਸੀਗਾ, ਉਹਨੇ ਬਾਹਰ ਆ ਕੇ ਵੀ ਕਾਫੀ ਸਾਰੀਆਂ ਮਜ਼ਾਕਾਂ ਉਡਾਈਆਂ। ਲੇਕਿਨ ਅਗਲੇ ਦਿਨ ਉਹਦੇ ਨਾਲ ਉਹ ਥਿੱਤ ਹੋਈ ਆ। ਉਹ ਯਾਰ, ਉਹ ਬਾਈ ਤੂੰ ਅਗਰ ਸੁਣਦਾ ਹੋਵੇਂ ਤੈਨੂੰ ਮਹਿਸੂਸ ਨਾ ਕਰੀ, ਜਸਟ ਇੱਕ ਬੰਦਿਆਂ ਨੂੰ ਸਮਝਾਉਣ ਵਾਸਤੇ ਆ ਕਿ ਜਿਹੜਾ ਨਾ ਮਜ਼ਾਕ ਨਹੀਂ ਉਡਾਉਣੀ ਚਾਹੀਦੀ। ਜਿਹੜਾ ਅੱਲਾਹ ਤਾਲਾ ਦਾ ਕਲਾਮ ਆ, ਜਾਂ ਕਲਾਮ ਤਾਂ ਹੈ, ਜਿਹੜਾ ਅੱਲਾਹ ਕੋਲੋਂ ਮਦਦ ਮੰਗਣੀ ਹੈ ਨਾ, ਜਿਹੜੇ ਅੱਲਾਹ ਕੋਲੋਂ ਮਤਲਬ ਜਿਸ ਟਾਈਮ ਵੀ ਫਸੇ ਹੋਵੋ ਉਸ ਟਾਈਮ ਮਦਦ ਮੰਗੋ, ਤੇ ਉਹ ਮਦਦ ਦੀ ਮਜ਼ਾਕ ਨਹੀਂ ਉਡਾਉਣੀ ਚਾਹੀਦੀ ਕਦੀ ਵੀ ਪੁੱਤਰ। ਠੀਕ ਹੋ ਗਿਆ ਨਾ? ਤੇ ਮੁੜ ਕੇ ਬਿਲਕੁਲ ਨਹੀਂ ਮਜ਼ਾਕ ਉਡਾਉਣੀ ਤੂੰ। ਤੇ ਚੱਲ ਠੀਕ ਆ, ਫਿਰ ਜੇ ਸੁਣ ਲਵੇਂ ਤਾਂ ਫਿਰ ਮਹਿਸੂਸ ਨਾ ਕਰੀ ਬਿਲਕੁਲ ਹੀ।